ਇਹ ਜਿਹੜਾ ਸਟੀਲ ਦੇ ਵਧਣ ਦਾ ਇੱਕ ਵੱਡਾ ਕਾਰਨ ਹੈ ਉਹ ਇੰਟਰਨੈਸ਼ਨਲ ਡਿਮਾਂਡ ਹੈ। ਚਾਈਨਾ ਦੇ ਵਿੱਚ ਉਹਨਾਂ ਦੇ ਜਿਹੜੇ ਪਲਾਂਟ ਹੈ ਉਹ ਜ਼ਿਆਦਾ ਪੋਲਿਊਟਿੰਗ ਹੈ, ਉਹ ਜ਼ਿਆਦਾ ਪੋਲਿਊਸ਼ਨ ਜਨਰੇਟ ਕਰਦੇ ਆ। ਉੱਥੇ ਥੋੜ੍ਹੀਆਂ ਨੋਰਮ ਸਟ੍ਰਿੰਜੈਂਟ ਹੋ ਗਈਆਂ, ਉਸ ਕਰਕੇ ਉਹਨਾਂ ਨੇ ਆਪਣੀ ਪ੍ਰੋਡਕਸ਼ਨ ਘਟਾਈ ਹੋਈ ਹੈ। ਇਹ ਕੋਈ ਕੰਡੀਸ਼ਨ ਨਹੀਂ ਹੁੰਦੀ ਕਿ ਇੰਨੇ % ਉਹਨਾਂ ਨੂੰ ਡੋਮੈਸਟਿਕ ਮਾਰਕੀਟ 'ਚ ਦੇਣਾ ਕੰਪਲਸਰੀ ਹੋਊਗਾ ਤੇ ਇੰਨੇ % ਹੀ ਐਕਸਪੋਰਟ ਕਰ ਸਕਦੇ। ਜੇ ਬਿਜ਼ਨਸ ਸੈਂਸ ਨਾਲ ਵੀ ਦੇਖਿਆ ਜਾਵੇ ਤਾਂ ਸਟੀਲ ਐਕਸਪੋਰਟ ਕਰਨ ਨਾਲੋਂ ਕੰਪੋਨੈਂਟ ਐਕਸਪੋਰਟ ਕਰਨਾ ਜ਼ਿਆਦਾ ਵਧੀਆ। ਇੰਡੀਆ ਚਾਈਨਾ ਦੀ ਕੰਪੈਰੀਟਿਵ ਸਟੱਡੀ ਕਾਫੀ ਕੀਤੀ ਹੈ, ਉਹਦੇ ਸਭ ਤੋਂ ਵੱਡੀ ਮਾਰ ਇਹੀ ਪੈਂਦੀ ਹੈ ਵੀ ਉੱਥੇ ਸਟੀਲ ਪ੍ਰਾਈਸਿਸ ਸਾਡੇ ਤੋਂ ਘੱਟ ਹੈ। ਵੀ ਜੇ ਇਹਦੇ ਵੱਲ ਨਾ ਦੇਖਿਆ ਗਿਆ ਤਾਂ MSME ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਕਿਤੇ ਨਾਰਾਜ਼ਗੀ ਹੈ, ਕਹਿੰਦੇ ਜੀ CICU ਹੁਣ ਆਵਾਜ਼ ਹੀ ਨਹੀਂ ਚੱਕ ਰਿਹਾ, ਸਟੀਲ ਦੇ ਪ੍ਰਾਈਸਿਸ ਵੱਧ ਰਹੇ ਕਿਉਂ, ਜਾਂ ਚੱਕ ਰਹੇ ਤੇ ਕਿੱਦਾਂ ਚੱਕ ਰਹੇ? ਜ਼ਿਆਦਾ ਰੌਲਾ ਪਾਉਂਦੇ ਰਹੀਏ, ਉਹਦੇ ਨਾਲੋਂ ਅਸੀਂ ਪ੍ਰੋਪਰ ਸਿਸਟਮੈਟਿਕ ਵੇ ਨਾਲ ਅਸੀਂ PMO ਨਾਲ ਵੀ ਅਸੀਂ ਡਾਇਲਾਗ ਕਰ ਰਹੇ ਹਾਂ ਔਰ ਹਰ ਹਫਤੇ ਅਸੀਂ ਲੈਟਰਸ ਭੇਜ ਰਹੇ ਹਾਂ। ਸਟੀਲ ਪ੍ਰਾਈਸਿਸ ਜਾਂ ਹੋਰ ਰॉ ਮਟੀਰੀਅਲ ਦੇ ਵਧਣ ਕਰਕੇ ਕਿੰਨੇ ਕੁ ਟਵੀਟ ਕਰ ਚੁੱਕੇ PMO ਨੂੰ ਜਾਂ MSME ਸੈਕਟਰੀ ਨੂੰ, ਸੋ ਦੈਟ ਕਿ ਲੋਕਾਂ ਨੂੰ ਵੀ ਪਤਾ ਲੱਗੇ? ਕੋਈ ਇਦਾਂ ਦਾ ਸਬ ਮੈਟਰ ਨਹੀਂ ਵੀ ਕਿਸੇ ਨੂੰ ਪਤਾ ਨਾ ਹੋਏ ਵੀ ਕਿਸੇ ਨੂੰ ਜਗਾਉਣ ਦੀ ਲੋੜ ਹੈ। ਇਹ ਤਾਂ ਜੇ ਸਰਕਾਰ ਕਰਨਾ ਚਾਹੇ ਤਾਂ ਅੱਜ ਕਹਿ ਦੇ ਵੀ 6 ਮਹੀਨੇ ਲਈ ਐਕਸਪੋਰਟ ਬੈਨ ਹੈ ਔਰ ਸਵੇਰੇ ਇਹਦੇ ਰੇਟ ਚੀਜ਼ਾਂ ਦੇ ਠੀਕ ਹੋ ਜਾਣ। ਸੈਕਟਰ ਤੋਂ ਆਵਾਜ਼ ਚੱਕੀ ਜਾਂਦੀ ਸੀ ਤੇ ਦਿਨਾਂ ਦੇ ਵਿੱਚ ਸਟੀਲ ਦੇ ਰੇਟ ਥੱਲੇ ਆ ਜਾਂਦੇ ਸੀਗੇ, ਫਿਰ ਇਸ ਵਾਰੀ ਇਦਾਂ ਦਾ ਕਿਉਂ ਨਹੀਂ ਹੋ ਰਿਹਾ? ਤੇ ਪਰ ਸਰਕਾਰ ਇਹਦੇ ਵੱਲ ਧਿਆਨ ਨਹੀਂ ਦੇ ਰਹੀ, ਉਹ ਸਿਰਫ ਸਟੀਲ ਲੌਬੀ ਦੀ ਸੁਣ ਰਹੀ ਹੈ। ਇਸ ਤੋਂ ਇਲਾਵਾ ਜਿਹੜੀ ਸਟੀਲ ਲੌਬੀ ਹੈ ਉਹ ਆਪਸ ਦੇ ਵਿੱਚ ਪੂਲ ਕਰਕੇ ਕਦੀ ਕੋਈ ਇੱਕ ਪਲਾਂਟ ਬੰਦ ਕਰ ਲੈਂਦਾ, ਕਦੀ ਦੂਸਰਾ ਪਲਾਂਟ ਬੰਦ ਕਰ ਲੈਂਦਾ। ਕਿ MSME ਬੰਦ ਹੋ ਜਾਂਦੀ ਤਾਂ ਇਹਨਾਂ ਲਈ ਬਹੁਤ ਵੱਡੀ ਮੁਸੀਬਤ ਹੈ, ਤੇ ਤੁਸੀਂ ਇਹਨਾਂ ਨੂੰ ਹਫਤੇ ਦਾ ਟਰਾਇਲ ਹੀ ਦੇ ਦਿਓ ਇਕੱਠੇ ਹੋ ਕੇ, ਤੇ ਇਹਨਾਂ ਨੂੰ ਰਿਐਲਿਟੀ ਪਤਾ ਲੱਗ ਜਾਏਗੀ। ਹਜੇ ਸ਼ਾਇਦ ਉਹ ਦਹਾੜ 'ਚ ਉਹਨਾਂ ਨੂੰ ਨਹੀਂ ਸਮਝ ਲੱਗ ਰਿਹਾ। ਉਹਨਾਂ ਨੂੰ ਹਫਤਾ ਉਹਨਾਂ ਦੇ ਪ੍ਰੋਫਿਟ ਹੀ ਇੰਨੇ ਜ਼ਿਆਦਾ ਵੀ ਜੇ ਹਫਤਾ ਅਸੀਂ ਬੰਦ ਵੀ ਕਰ ਲਾਂਗੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर रूबरू हो रहे हैं तो अज का साडा मुद्दा है ट्रेड ते इंडस्ट्री का। जी हाँ, पिछले लगभग 1 महीने तो पूरे देश के विच ट्रेड ते इंडस्ट्री, क्योंकि दुकाना रिटेल सैक्टर बंद सीगा, लॉकडाउन चल रहा सी, करफ्यू चल रहा सी, कोरोना, सो ये सारे सैक्टर दे विच बहुत मंदी का दौर गुजर रहा सी। पर मंदी के दौर दे विच भी जिहड़े रॉ मटीरियल के प्राइसिस है वो आसमान नूं छू रहे हैं, आसमान नूं छू रहे हैं। तो इस सारे सैगमेंट दे विच असीं अज पहुंचे हैं CICU के प्रधान जिहड़े उपकार सिंह आहूजा जी नाल, इन्हां नाल गलबात करन पहुंचे कि समझते हैं कि की माहौल है, क्यों रॉ मटीरियल वध रहा जबकि रिटेल बंद है, कारोबार सारे पासे बंद है, तो रॉ मटीरियल वधन दे की क्यों वध रहा? नमस्कार सर। नमस्कार जी। ਇਹ ਜਿਹੜਾ ਸਟੀਲ ਦੇ ਵਧਣ ਦਾ ਇੱਕ ਵੱਡਾ ਕਾਰਨ ਹੈ ਉਹ ਇੰਟਰਨੈਸ਼ਨਲ ਡਿਮਾਂਡ ਹੈ। ਕਈ ਕੰਟਰੀਜ਼ ਦੇ ਵਿੱਚ ਕਰੋਨਾ ਕਰਕੇ ਪ੍ਰੋਡਕਸ਼ਨ ਘਟੀ ਹੋਈ ਹੈ ਔਰ ਚਾਈਨਾ ਦੇ ਵਿੱਚ ਉਹਨਾਂ ਦੇ ਜਿਹੜੇ ਪਲਾਂਟ ਹੈ ਉਹ ਜ਼ਿਆਦਾ ਪੋਲਿਊਟਿੰਗ ਹੈ, ਉਹ ਜ਼ਿਆਦਾ ਪੋਲਿਊਸ਼ਨ ਜਨਰੇਟ ਕਰਦੇ ਆ। ਉੱਥੇ ਥੋੜ੍ਹੀਆਂ ਨੋਰਮ ਸਟ੍ਰਿੰਜੈਂਟ ਹੋ ਗਈਆਂ, ਉਸ ਕਰਕੇ ਉਹਨਾਂ ਨੇ ਆਪਣੀ ਪ੍ਰੋਡਕਸ਼ਨ ਘਟਾਈ ਹੋਈ ਹੈ ਔਰ ਜਿੰਨਾ ਵੀ ਇਹ ਸਟੀਲ ਹੈ ਸਾਰਾ ਐਕਸਪੋਰਟ ਹੋ ਰਿਹਾ। ਕਈ ਕੰਟਰੀਜ਼ ਹੈ ਜਿੱਦਾਂ ਕਿ ਕੱਲ੍ਹ ਮੈਂ ਦੇਖ ਰਿਹਾ ਸੀ ਟਰਕੀ ਨੂੰ ਵੀ ਮਾਲ ਜਾ ਰਿਹਾ, ਚਾਈਨਾ ਨੂੰ ਮਾਲ ਜਾ ਰਿਹਾ ਔਰ ਇਹ ਸਭ ਦੇ ਵਿੱਚ ਮੈਂ ਸਮਝਦਾ ਵੀ ਜਿਹੜੀ ਇੰਡੀਆ ਹੈ ਉਹ ਬਹੁਤ ਜ਼ਿਆਦਾ ਇਹਦਾ ਨੁਕਸਾਨ ਹੋ ਰਿਹਾ, MSME ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਕਿਉਂਕਿ ਇਹਦੇ ਵਿੱਚ ਗੱਲ ਕਰਨਾ ਚਾਹੁੰਦੇ ਆ, ਤੁਸੀਂ ਕਹਿ ਰਹੇ ਹੋ ਐਕਸਪੋਰਟ ਹੋ ਰਿਹਾ, ਕਿ ਇੱਦਾਂ ਦੀ ਪਾਲਿਸੀ ਨਹੀਂ ਹੁੰਦੀ ਐਕਸਪੋਰਟ ਦੇ ਲਈ ਕਿ ਘੱਟੋ ਘੱਟ ਇੰਨਾ ਮਿਨੀਮਮ ਜਿਹੜਾ ਮਾਲ ਹੈਗਾ, ਜਿਹੜੀ ਇੱਦਾਂ ਫਰਨਸ ਮਿਲਾਂ ਹੈਗੀਆਂ ਜਾਂ ਜਿਹੜੀ ਆਹ ਆਇਰਨ ਔਰ ਜਾਂ ਜਿਹੜੀਆਂ ਕਰਦੀਆਂ ਖਾਨਾ ਜਿਨ੍ਹਾਂ ਨੂੰ ਮਿਲਦੀਆਂ, ਇਹ ਕੋਈ ਕੰਡੀਸ਼ਨ ਨਹੀਂ ਹੁੰਦੀ ਕਿ ਇੰਨੇ % ਉਹਨਾਂ ਨੂੰ ਡੋਮੈਸਟਿਕ ਮਾਰਕੀਟ 'ਚ ਦੇਣਾ ਕੰਪਲਸਰੀ ਹੋਊਗਾ ਤੇ ਇੰਨੇ % ਹੀ ਐਕਸਪੋਰਟ ਕਰ ਸਕਦੇ? ਨਹੀਂ, ਇਹ ਇੱਦਾਂ ਦਾ ਕੋਈ ਮੈਨੂੰ ਨਹੀਂ ਲੱਗਦਾ ਵੀ ਅੱਜ ਕੱਲ੍ਹ, ਕਿਉਂਕਿ ਓਪਨ ਮਾਰਕੀਟ ਹੈ, ਇੱਦਾਂ ਦੀਆਂ ਰਿਸਟ੍ਰਿਕਸ਼ਨ ਨਹੀਂ ਹੈਗੀਆਂ। ਪਰ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਵੀ ਜੇ ਅਸੀਂ 100 ਰੁਪਏ ਦਾ ਸਟੀਲ ਐਕਸਪੋਰਟ ਕਰਦੇ ਹਾਂ, ਉਹੀ ਜੇ ਅਸੀਂ ਕੰਪੋਨੈਂਟ ਬਣਾ ਕੇ, ਜਿੱਦਾਂ ਕਿ ਹੈਂਡ ਟੂਲ ਹੈ, ਬਾਈਸਿਕਲ ਕੰਪੋਨੈਂਟ ਹੈ, ਆਟੋ ਕੰਪੋਨੈਂਟ ਹੈ, ਸਿਵਿੰਗ ਮਸ਼ੀਨ ਹੈ, ਹੋਰ ਬਹੁਤ ਸਾਰੇ ਪ੍ਰੋਡਕਟ ਹੈ, ਜੇ ਅਸੀਂ ਪ੍ਰੋਡਕਟ ਬਣਾ ਕੇ ਦੇਖਦੇ ਹਾਂ ਤਾਂ ਉਹ 300 ਰੁਪਏ ਦੇ ਵਿਕਦੇ ਆ ਔਰ ਉਹਦੇ ਨਾਲ ਇੰਪਲੋਇਮੈਂਟ ਜਨਰੇਸ਼ਨ ਹੁੰਦੀ ਹੈ, ਉਹਦੇ ਨਾਲ ਗਵਰਨਮੈਂਟ ਨੂੰ ਜ਼ਿਆਦਾ ਟੈਕਸ ਮਿਲਦਾ। ਅਤੇ ਮੈਂ ਸਮਝਦਾ ਵੀ ਜੇ ਬਿਜ਼ਨਸ ਸੈਂਸ ਨਾਲ ਵੀ ਦੇਖਿਆ ਜਾਵੇ ਤਾਂ ਸਟੀਲ ਐਕਸਪੋਰਟ ਕਰਨ ਨਾਲੋਂ ਕੰਪੋਨੈਂਟ ਐਕਸਪੋਰਟ ਕਰਨਾ ਜ਼ਿਆਦਾ ਵਧੀਆ। ਔਰ ਚਾਈਨਾ ਨੇ ਇਹਨੂੰ ਦੇਖਦੇ ਹੋਏ ਉੱਥੇ ਕਈ ਕਮੋਡਿਟੀਜ਼ ਦੇ ਪ੍ਰਾਈਸਿਸ ਫਿਕਸ ਵੀ ਕਰ ਦਿੱਤੇ ਹੈ ਔਰ ਡਿਊਟੀ ਵੀ ਕਈਆਂ 'ਤੇ ਲਗਾ ਦਿੱਤੀ ਹੈ, ਤਾਂ ਉਹ ਆਪਣੇ ਕੰਟਰੀ ਦੇ ਵਿੱਚ ਪ੍ਰਾਈਸ ਮੇਨਟੇਨ ਕਰ ਰਿਹਾ। ਔਰ ਸਾਨੂੰ ਜਿਹੜੀ ਸਭ ਤੋਂ ਵੱਡੀ ਮਾਰ ਪੈਂਦੀ ਹੈ, ਮੈਂ
ਇੰਡੀਆ ਚਾਈਨਾ ਦੀ ਕੰਪੈਰੀਟਿਵ ਸਟੱਡੀ ਕਾਫੀ ਕੀਤੀ ਹੈ, ਉਹਦੇ ਸਭ ਤੋਂ ਵੱਡੀ ਮਾਰ ਇਹੀ ਪੈਂਦੀ ਹੈ ਵੀ ਉੱਥੇ ਸਟੀਲ ਪ੍ਰਾਈਸਿਸ ਸਾਡੇ ਤੋਂ ਘੱਟ ਹੈ। ਇਹ ਵਧਣ ਤੋਂ ਪਹਿਲਾਂ ਵੀ 7-8 ਰੁਪਏ ਕਿਲੋ ਦਾ ਫਰਕ ਸੀ, ਹੁਣ ਮੈਂ ਰੀਸੈਂਟਲੀ ਫਰਕ ਬਹੁਤ ਜ਼ਿਆਦਾ ਵੱਧ ਗਿਆ ਔਰ ਸਰਕਾਰ ਨੂੰ ਇਹ ਚਾਹੀਦਾ ਵੀ ਜੇ ਇਹਦੇ ਵੱਲ ਨਾ ਦੇਖਿਆ ਗਿਆ ਤਾਂ MSME ਨੂੰ ਬਹੁਤ ਵੱਡਾ ਨੁਕਸਾਨ ਹੋਏਗਾ। ਸਰ ਜਿਹੜੇ ਇੰਡਸਟਰੀ ਟ੍ਰੇਡ ਤੁਸੀਂ CICU ਦੇ ਪ੍ਰਧਾਨ ਹੈਗੇ ਹੋ, CICU ਨੂੰ ਹਮੇਸ਼ਾ ਜਾਣਿਆ ਜਾਂਦਾ ਸੀਗਾ ਕਿ ਹਰ ਵੇਲੇ ਜੇ ਵਾਜਬ ਗੱਲ ਕਰਦੇ ਆ ਔਰ ਆંકੜਿਆਂ ਦੇ ਹਿਸਾਬ ਨਾਲ ਗੱਲ ਕਰਦੇ ਸੀ, ਸਰਕਾਰ ਨੂੰ ਘੇਰਨ 'ਚ ਕਦੀ ਟਾਈਮ ਨਹੀਂ ਲਾਉਂਦੇ ਸੀ। ਹੁਣ ਬੜੀ ਦੇਰ ਤੋਂ ਲੋਕਾਂ 'ਚ ਜਿਹੜੇ ਤੁਹਾਡੇ ਮੈਂਬਰ ਆ ਉਹਨਾਂ 'ਚ ਵੀ ਕਿਤੇ ਨਾਰਾਜ਼ਗੀ ਹੈ, ਕਹਿੰਦੇ ਜੀ CICU ਹੁਣ ਆਵਾਜ਼ ਹੀ ਨਹੀਂ ਚੱਕ ਰਿਹਾ, ਸਟੀਲ ਦੇ ਪ੍ਰਾਈਸਿਸ ਵੱਧ ਰਹੇ ਕਿਉਂ, ਜਾਂ ਚੱਕ ਰਹੇ ਤਾਂ ਕਿੱਦਾਂ ਚੱਕ ਰਹੇ? ਦੇਖੋ ਇੱਕ ਪ੍ਰਵਰਬ ਹੈਗਾ ਵੀ ਇਟ ਇਜ਼ ਬੈਟਰ ਟੂ ਰੇਜ਼ ਦਾ words than raising the voice। ਹੁਣ ਅਸੀਂ ਐਵੇਂ ਜ਼ਿਆਦਾ ਰੋਲਾ ਪਾਉਂਦੇ ਰਹੀਏ, ਉਹਦੇ ਨਾਲੋਂ ਅਸੀਂ ਪ੍ਰੋਪਰ ਸਿਸਟਮੈਟਿਕ ਵੇ ਨਾਲ ਅਸੀਂ PMO ਨਾਲ ਵੀ ਅਸੀਂ ਡਾਇਲਾਗ ਕਰ ਰਹੇ ਹਾਂ ਔਰ ਹਰ ਹਫਤੇ ਅਸੀਂ ਲੈਟਰਸ ਭੇਜ ਰਹੇ ਹਾਂ ਵੀ ਇਹਨੂੰ ਠੀਕ ਕੀਤਾ ਜਾਵੇ। ਇੱਦਾਂ ਹੀ ਮਿਨਿਸਟਰੀ ਆਫ MSME ਹੈ ਔਰ ਛੇਤੀ ਅਸੀਂ ਜ਼ੂਮ ਕਾਲ ਕਰਕੇ ਅਸੀਂ ਰਿਕੁਐਸਟ ਕੀਤੀ ਹੈ MSME ਸੈਕਟਰੀ ਸਾਹਿਬ ਨੂੰ ਵੀ, ਮਿਨਿਸਟਰ ਜੀ ਨੂੰ ਵੀ ਇਹਦੇ ਲਈ ਇੱਕ ਜ਼ੂਮ ਕਾਲ ਕੀਤੀ ਜਾਏ, ਇਹਦੀ ਬੜੀ ਡਾਇਰ ਨੀਡ ਹੈ ਕਿਉਂਕਿ ਸਟੀਲ ਪ੍ਰਾਈਸਿਸ ਦਾ ਔਰ ਜਿਹੜੀਆਂ ਵੀ ਪੂਰੇ ਦੇਸ਼ ਦੀਆਂ ਐਸੋਸੀਏਸ਼ਨ ਹੈ ਉਹਨਾਂ ਨੂੰ ਅਸੀਂ ਇਕੱਠਾ ਕਰ ਰਹੇ ਹਾਂ ਵੀ ਅਸੀਂ ਸਾਰੇ ਰਲ ਕੇ ਇਹਦੀ ਆਵਾਜ਼ ਚੁੱਕੀਏ। ਸਰ ਇੱਕ ਗੱਲ ਕਰਨਾ ਚਾਹਾਂਗੇ ਇੱਥੇ ਕਿ ਬੜੀ ਦੇਰ ਤੋਂ ਅੱਜ ਕੱਲ੍ਹ ਜਿਵੇਂ ਹਾਈਟੈਕ ਜ਼ਮਾਨਾ ਹੈ, ਅੱਜ ਕੱਲ੍ਹ ਹੁਣ ਉਹ ਸੜਕ 'ਤੇ ਬੈਠ ਕੇ ਸ਼ਾਇਦ ਤੁਸੀਂ ਕਹਿ ਰਹੇ ਹੋ ਧਰਨਾ ਲਾਉਣ ਦੀ ਲੋੜ ਨਹੀਂ ਪੈਂਦੀ, ਹਾਈਟੈਕ ਜ਼ਮਾਨਾ, ਪ੍ਰਧਾਨ ਮੰਤਰੀ ਸਾਹਿਬ ਵੀ ਟਵੀਟ ਕਰਦੇ ਔਰ ਟਵੀਟ ਬੜਾ ਹੁੰਦਾ ਹੈ। ਤੁਸੀਂ ਹੁਣ ਤੱਕ ਆਹ ਸਟੀਲ ਪ੍ਰਾਈਸਿਸ ਜਾਂ ਹੋਰ ਰॉ ਮਟੀਰੀਅਲ ਦੇ ਵਧਣ ਕਰਕੇ ਕਿੰਨੇ ਕੁ ਟਵੀਟ ਕਰ ਚੁੱਕੇ PMO ਨੂੰ ਜਾਂ MSME ਸੈਕਟਰੀ ਨੂੰ, ਸੋ ਦੈਟ ਕਿ ਲੋਕਾਂ ਨੂੰ ਵੀ ਪਤਾ ਲੱਗੇ? ਦੇਖੋ ਅਸੀਂ ਇੱਕ ਤਾਂ ਈਮੇਲ ਕਾਫੀ ਭੇਜ ਰਹੇ ਹਾਂ, ਹੁਣ ਅੱਜ ਕੱਲ੍ਹ ਲੈਟਰ ਜਾਂਦੀ ਨਹੀਂ, ਮੈਂ ਸਮਝਦਾ ਵੀ ਹਰ ਹਫਤੇ ਅਸੀਂ ਈਮੇਲ ਕਰ ਰਹੇ ਹਾਂ ਔਰ ਸਰਕਾਰ ਨਾਲ ਇਹ ਕਮਿਊਨੀਕੇਟ ਕਰ ਰਹੇ ਹਾਂ ਔਰ ਸਰਕਾਰ ਨੂੰ ਵੀ ਇਹ ਚੰਗੀ ਤਰ੍ਹਾਂ ਪਤਾ ਕਿ ਸਾਰੀਆਂ ਇੰਡਸਟਰੀਅਲ ਐਸੋਸੀਏਸ਼ਨਾਂ ਆਵਾਜ਼ ਉਠਾ ਰਹੀਆਂ ਨੈਸ਼ਨਲ ਲੈਵਲ 'ਤੇ ਔਰ ਇਹ ਕੋਈ ਇੱਦਾਂ ਦਾ ਸਬ ਮੈਟਰ ਨਹੀਂ ਵੀ ਕਿਸੇ ਨੂੰ ਪਤਾ ਨਾ ਹੋਏ ਵੀ ਕਿਸੇ ਨੂੰ ਜਗਾਉਣ ਦੀ ਲੋੜ ਹੈ। ਇਹ ਤਾਂ ਜੇ ਸਰਕਾਰ ਕਰਨਾ ਚਾਹੇ ਤਾਂ ਅੱਜ ਕਹਿ ਦੇ ਵੀ 6 ਮਹੀਨੇ ਲਈ ਐਕਸਪੋਰਟ ਬੈਨ ਹੈ ਔਰ ਸਵੇਰੇ ਇਹਦੇ ਰੇਟ ਚੀਜ਼ਾਂ ਦੇ ਠੀਕ ਹੋ ਜਾਣਗੇ। ਸਰ ਇੱਕ ਟਾਈਮ ਸੀਗਾ, ਦੇਖਿਆ ਗਿਆ ਸੀ, ਅਸੀਂ ਤੁਹਾਨੂੰ ਬਹੁਤ ਦੇਰ ਤੋਂ ਫੋਲੋ ਕਰਦੇ ਹਾਂ, ਤੁਸੀਂ ਬਹੁਤ ਦੇਰ ਤੋਂ ਇੰਡਸਟਰੀ ਦੇ ਲੀਡਰ ਹੋ, ਇੱਕ ਟਾਈਮ ਹੁੰਦਾ ਸੀ ਜਦੋਂ ਇਸ ਸੈਕਟਰ ਤੋਂ ਆਵਾਜ਼ ਚੱਕੀ ਜਾਂਦੀ ਸੀ ਤੇ ਦਿਨਾਂ ਦੇ ਵਿੱਚ ਸਟੀਲ ਦੇ ਰੇਟ ਥੱਲੇ ਆ ਜਾਂਦੇ ਸੀਗੇ, ਫਿਰ ਇਸ ਵਾਰੀ ਇੱਦਾਂ ਦਾ ਕਿਉਂ ਨਹੀਂ ਹੋ ਰਿਹਾ? ਇਹ ਹੁਣ ਜਿਹੜੀ ਸਟੀਲ ਲੌਬੀ ਹੈ ਉਹ ਜ਼ਿਆਦਾ ਸਟਰੋਂਗ ਹੋ ਗਈ ਹੈ ਔਰ ਸਟੀਲ ਲੌਬੀ ਗਵਰਨਮੈਂਟ ਨੂੰ ਇਹ ਦਿਖਾ ਰਹੀ ਹੈ ਵੀ ਸਾਡੀ ਐਕਸਪੋਰਟ ਵੱਧ ਰਹੀ ਹੈ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਕਿਹਾ ਵੀ ਜੇ 100 ਰੁਪਏ ਦਾ ਸਟੀਲ ਐਕਸਪੋਰਟ ਹੁੰਦਾ ਹੈ, ਜੇ ਕੰਪੋਨੈਂਟ ਬਣਾਏ ਜਾਣ ਤਾਂ ਉਹ ਮੋਟਾ ਅੰਦਾਜ਼ਾ ਮੇਰਾ ਵੀ ਜ਼ਿਆਦਾ ਵੀ ਹੋ ਸਕਦਾ ਬਈ 300 ਰੁਪਏ ਦੇ ਕੰਪੋਨੈਂਟ ਬਣ ਸਕਦੇ ਔਰ ਉਹਦੇ ਨਾਲ ਵੈਲਿਊ ਐਡੀਸ਼ਨ ਵਧੇਗੀ, ਉਹਦੇ ਨਾਲ ਬਿਜ਼ਨਸ ਵਧੇਗਾ, ਡੋਮੈਸਟਿਕ ਪ੍ਰੋਡਕਸ਼ਨ ਵਧੇਗੀ, ਸਾਡਾ GDP ਜ਼ਿਆਦਾ ਵਧੇਗਾ। ਤੇ ਪਰ ਸਰਕਾਰ ਇਹਦੇ ਵੱਲ ਧਿਆਨ ਨਹੀਂ ਦੇ ਰਹੀ, ਉਹ ਸਿਰਫ ਸਟੀਲ ਲੌਬੀ ਦੀ ਸੁਣ ਰਹੀ ਹੈ। ਇਸ ਤੋਂ ਇਲਾਵਾ ਜਿਹੜੀ ਸਟੀਲ ਲੌਬੀ ਹੈ ਉਹ ਆਪਸ ਦੇ ਵਿੱਚ ਪੂਲ ਕਰਕੇ ਕਦੀ ਕੋਈ ਇੱਕ ਪਲਾਂਟ ਬੰਦ ਕਰ ਲੈਂਦਾ, ਕਦੀ ਦੂਸਰਾ ਪਲਾਂਟ ਬੰਦ ਕਰ ਲੈਂਦਾ ਔਰ ਪੂਲ ਕਰਕੇ ਆਰਟੀਫਿਸ਼ੀਅਲ ਡਿਮਾਂਡ ਕ੍ਰੀਏਟ ਕਰਕੇ ਰੇਟ ਵਧਾ ਰਹੀ ਹੈ। ਉਹ ਵੀ ਅਸੀਂ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਈ ਵਾਰ ਲਿਖਿਆ ਬਈ ਇਹਨਾਂ ਨੂੰ ਚੈੱਕ ਕੀਤਾ ਜਾਵੇ ਕਿਉਂਕਿ ਇਹ ਜਿਹੜਾ ਇੰਡੀਆ ਦਾ ਇੱਕ ਕਾਨੂੰਨ ਹੈ, ਕੰਪੀਟੀਸ਼ਨ ਕੋਈ ਅਨਫੇਅਰ ਮੋਨੋਪਲੀ ਕੋਈ ਕ੍ਰੀਏਟ ਨਹੀਂ ਕਰ ਸਕਦਾ ਔਰ ਇਹਦੇ ਵਿੱਚ ਵੀ ਸਟੀਲ ਇੰਡਸਟਰੀ ਨੂੰ ਘੇਰਿਆ ਜਾ ਸਕਦਾ ਔਰ ਇਹਦੇ ਲਈ ਵੀ ਅਸੀਂ ਕੰਮ ਕਰ ਰਹੇ ਹਾਂ। ਸਰ ਮੈਂ ਦੇਖਿਆ ਪਿੱਛੇ ਤੁਸੀਂ ਬੜਾ ਕੰਮ ਕੀਤਾ ਕਿ ਇੱਕ ਕਲੱਬ ਸਿਸਟਮ ਕਰਕੇ ਪਰਚੇਜ਼ ਕੀਤੀਆਂ, ਕਲੱਬ ਸਿਸਟਮ ਕਰਕੇ ਜੇ ਗੱਲਬਾਤ ਕਰੀਏ, ਤੁਸੀਂ ਖੁਦ ਹੀ ਆਟੋ ਸੈਕਟਰ ਦੀ ਬਹੁਤ ਵੱਡੀ ਕੰਪਨੀ ਹੋ, ਹੋਰ ਲੁਧਿਆਣਾ 95% ਲੁਧਿਆਣਾ ਦੇ ਵਿੱਚ ਸਾਈਕਲ ਬਣਦਾ ਹੈ, ਆਟੋ ਕੰਪੋਨੈਂਟ ਵੀ ਡਿਫਰੈਂਟ ਤੁਹਾਡੇ ਵਰਗੇ ਜੇ ਕਾਰਪੋਰੇਟਸ ਬਣਾ ਲਈਏ ਤਾਂ ਕਾਫੀ ਵੱਡੀ ਡਿਮਾਂਡ ਹੋ ਸਕਦੀ। ਕੀ ਕਦੀ ਇੱਦਾਂ ਨਹੀਂ ਹੋ ਸਕਦਾ ਕਿ ਤੁਸੀਂ ਸਾਰੇ ਕਲੱਬ ਕਰਕੇ CICU ਦੇ ਬੈਨਰ ਥੱਲੇ ਜਾਂ ਇੱਕ ਕਾਮਨ ਪਲੇਟਫਾਰਮ ਦੇ ਥੱਲੇ ਕਰਕੇ ਤੁਸੀਂ ਇਹਨਾਂ ਨਾਲ ਡੀਲ ਕਰੋ ਕਿ ਭਾਈ ਜੇ ਨਹੀਂ ਕਰਦੇ ਤਾਂ ਅਸੀਂ ਤੁਹਾਡੇ ਨਾਲ ਇੰਨੀ ਦੇਰ, ਜੇ ਹਫਤੇ ਲਈ ਵੀ ਮੇਰੇ ਖਿਆਲ ਤੁਸੀਂ ਇਹਨਾਂ ਨੂੰ ਸਬਕ ਸਿਖਾ ਦਿਓ, ਜੋ ਚੀਜ਼ ਤੁਸੀਂ ਕਹਿ ਰਹੇ ਹੋ ਕਿ MSME ਬੰਦ ਹੋ ਜਾਂਦੀ ਤਾਂ ਇਹਨਾਂ ਲਈ ਬਹੁਤ ਵੱਡੀ ਮੁਸੀਬਤ ਹੈ, ਤੇ ਤੁਸੀਂ ਇਹਨਾਂ ਨੂੰ ਹਫਤੇ ਦਾ ਟਰਾਇਲ ਹੀ ਦੇ ਦਿਓ ਇਕੱਠੇ ਹੋ ਕੇ ਤੇ ਇਹਨਾਂ ਨੂੰ ਰਿਐਲਿਟੀ ਪਤਾ ਲੱਗ ਜਾਏਗੀ। ਹਜੇ ਸ਼ਾਇਦ ਉਹ ਦਹਾੜ 'ਚ ਉਹਨਾਂ ਨੂੰ ਨਹੀਂ ਸਮਝ ਲੱਗ ਰਿਹਾ। ਦੇਖੋ ਜਿਹੜੇ ਸਟੀਲ ਕੰਪਨੀਜ਼ ਹੈ ਨਾ, ਦੇ ਆਰ ਹੈਵਿੰਗ ਡੀਪ ਪਾਕਟਸ, ਉਹਨਾਂ ਨੂੰ ਹਫਤਾ ਉਹਨਾਂ ਦੇ ਪ੍ਰੋਫਿਟ ਹੀ ਇੰਨੇ ਜ਼ਿਆਦਾ ਵੀ ਜੇ ਹਫਤਾ ਅਸੀਂ ਬੰਦ ਵੀ ਕਰ ਲਾਂਗੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਸਰਕਾਰ ਦਾ ਇੱਕ ਅਦਾਰਾ ਹੈ ਸਟੀਲ ਅਥਾਰਟੀ ਆਫ ਇੰਡੀਆ, ਜਿਹਨੂੰ ਸੇਲ ਕਹਿੰਦੇ ਆ, ਉਹਦੇ ਅੰਡਰ ਕਾਫੀ ਜ਼ਿਆਦਾ ਸਟੀਲ ਦੇ ਪਲਾਂਟ ਉਹ ਮੈਨੇਜ ਕਰਦੇ ਆ ਔਰ ਉੱਥੇ ਨਿਰੀ ਧਾਂਦਲੀ ਹੈ
ਉਹ ਮੈਮੋਰੈਂਡਮ ਮੰਗਾ ਲੈਂਦੇ ਆ ਬਈ ਤੁਸੀਂ ਫਾਈਨਲ ਕਰੋ, ਅਸੀਂ ਸਮਾਲ ਸਕੇਲ ਨੂੰ ਮਾਲ ਦੇਵਾਂਗੇ, ਪੇਪਰ 'ਚ ਐਡ ਕਰ ਲੈਂਦੇ ਆ। ਪਰ ਜਦੋਂ ਮਾਲ ਦੇਣ ਦੀ ਵਾਰੀ ਆਉਂਦੀ ਹੈ, ਜਿਹੜੇ ਉਹਨਾਂ ਦੇ ਕੋਈ ਚਹੇਤੇ ਕੁਝ ਥੋੜੇ ਬੰਦੇ ਹੁੰਦੇ ਆ, ਉਹਨਾਂ ਨੂੰ ਜਿਹੜੇ ਲੱਗਣ ਵਾਲੇ ਮਾਲ ਦਿੰਦੇ ਆ, ਔਰ ਜਿਹੜਾ ਕਚਰਾ ਹੁੰਦਾ ਬਚਿਆ ਖੁਚਿਆ ਮਾਲ ਜਿਹੜਾ ਕਿ ਇੰਡਸਟਰੀ ਨਹੀਂ ਲੱਗਦਾ, ਉਹ MSME ਨੂੰ ਆਫਰ ਕਰ ਦਿੰਦੇ ਆ ਵੀ ਤੁਸੀਂ ਲਓ। ਅਸੀਂ ਸਰਕਾਰ ਨੂੰ ਕਈ ਵਾਰ ਬੇਨਤੀ ਕੀਤੀ ਹੈ ਵੀ ਇਹਨੂੰ ਆਨਲਾਈਨ ਕੀਤਾ ਜਾਏ ਔਰ ਇਹਨੂੰ ਟਰਾਂਸਪੇਰੈਂਟ ਕੀਤਾ ਜਾਏ। ਮੈਂ ਸਟਾਕ ਦੇਖ ਸਕਾਂ ਵੀ ਸੇਲ ਕੋਲ ਆ ਜਿੰਨਾ ਸਟਾਕ ਹੈ ਮੈਂ ਇਹ ਵਾਲਾ ਮਾਲ ਲੈਣਾ। ਬਿਲਕੁਲ ਠੀਕ। ਇਹ ਸੇਲ ਹੈ ਜਿਹੜੀ ਇਹ ਬੜਾ ਵੱਡਾ ਰੋਲ ਪਲੇ ਕਰ ਸਕਦੀ ਹੈ ਇੰਡਸਟਰੀ ਨੂੰ ਸਪੋਰਟ ਕਰਨ ਲਈ। ਔਰ ਜੇ ਇਹ ਇੱਕ ਤਾਂ ਮਾਲ ਟਾਈਮਲੀ ਨਹੀਂ ਮਿਲਦੇ, ਅਵੇਲੇਬਿਲਿਟੀ ਘੱਟ ਹੈ, ਉਹਦੇ ਰੇਟ ਬਹੁਤ ਜ਼ਿਆਦਾ ਹੈ, ਮਟੀਰੀਅਲ ਦੀ ਕੁਆਲਿਟੀ ਕਈ ਵਾਰ ਇੰਨੀ ਵਧੀਆ ਨਹੀਂ ਮਿਲਦੀ, ਇਹ ਬੜੇ ਜ਼ਿਆਦਾ ਇਸ਼ੂ ਹੈ। ਇਹ ਸਰਕਾਰ ਨੂੰ ਜੇ ਆਪਣੀ ਅਸੀਂ GDP ਵਧਾਉਣਾ ਹੈ, ਜਿੱਦਾਂ ਕਿ 5 ਟ੍ਰਿਲੀਅਨ ਇਕਨੋਮੀ ਦਾ ਪ੍ਰਧਾਨ ਮੰਤਰੀ ਸਾਹਿਬ ਦਾ ਵਿਜ਼ਨ ਹੈ ਔਰ ਕੰਟਰੀ ਦਾ ਵਿਜ਼ਨ ਹੈ, ਜੇ ਅਸੀਂ ਆਪਣਾ GDP ਵਧਾਉਣਾ ਹੈ ਤਾਂ MSME ਨੂੰ, ਸਟੀਲ ਤੋਂ ਇਲਾਵਾ ਵੀ ਬਹੁਤ ਸਾਰੇ ਰਾ ਮਟੀਰੀਅਲ ਹੈ, ਪਲਾਸਟਿਕ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ ਹੈ, ਪੇਪਰ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ ਹੈ, ਕਾਸਟਿਕ ਸੋਡਾ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ। ਸਾਰੀਆਂ ਕਮੋਡਿਟੀਜ਼ ਸਾਨੂੰ ਇੱਕ ਰੀਜ਼ਨੇਬਲ ਪ੍ਰਾਈਸ ਤੇ ਕੰਟਰੀ 'ਚ ਮਿਲਣੀਆਂ ਚਾਹੀਦੀਆਂ। ਠੀਕ ਹੈ, ਥੈਂਕ ਯੂ। ਤੇ ਦੋਸਤੋ ਇਹ ਸੀਗੇ ਸ਼੍ਰੀ ਉਪਕਾਰ ਸਿੰਘ ਊਜਾ ਜੀ, ਜਿਨ੍ਹਾਂ ਨੇ ਬੜਾ ਕਲੀਅਰ ਦੱਸਿਆ ਹੈਗਾ ਕਿ ਇਸ ਟਾਈਮ ਇਹ ਬਹੁਤ ਸਾਰੀਆਂ ਮੇਲਾਂ MSME ਨੂੰ, ਸੈਕਟਰੀ ਨੂੰ ਜਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਕਰ ਚੁੱਕੇ, ਤੇ ਇਹਨਾਂ ਨੇ ਕਿਹਾ ਕਿ ਲੋੜ ਪਏ ਤੇ ਹੋਰ ਹੁਣ ਰੈਗੂਲਰ ਟਵੀਟ ਵੀ ਕਰਦੇ ਰਹਿਣਗੇ, ਕਿਉਂਕਿ ਜਿਹੜੀ ਲੌਬੀ ਹੈਗੀ ਹੈ ਉਹ ਮਿਸਗਾਈਡ ਕਰ ਰਹੀ ਹੈ ਪ੍ਰਧਾਨ ਮੰਤਰੀ ਨੂੰ, ਬੇਸਿਕਲੀ ਜਿਹੜਾ ਕੱਚੇ ਰॉ ਮਟੀਰੀਅਲ ਦੀ ਐਕਸਪੋਰਟ ਦਿਖਾ ਕੇ। ਪਰ ਹੁਣ ਇਹਨਾਂ ਨੇ ਆਲਰੇਡੀ, ਕਿਉਂਕਿ ਅਵੇਅਰਨੈਸ ਹੈਗੀ ਹੈ, ਇਸ ਟਾਈਮ ਕੋਵਿਡ ਦਾ ਵੀ ਦੌਰ ਹੈ, ਸੋ ਕੋਵਿਡ ਦੇ ਦੌਰ ਕਰਕੇ ਇਹ ਹਾਈਟੈਕ ਤਰੀਕੇ ਨਾਲ ਲੜਾਈਆਂ ਲੜ ਰਹੇ ਹੈ, ਤੇ ਲੋੜ ਪਈ ਤੇ ਇਹ ਲੜਾਈ ਹੋਰ ਵੀ ਗੰਭੀਰ ਰੂਪ ਲਏਗੀ। ਇੱਦਾਂ ਹੀ ਹੋਰ ਵੀ ਮੁੱਦਿਆਂ ਨਾਲ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।